ਵਾਹਿਗੁਰੂ ਸਾਹਿਬ ਜੀ। ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਬਚਲ ਨਦਰ ਮਝਾਰ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿ ਨ ਭੇਵ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਪਾਤਸ਼ਾਹੀ ਇਮ ਕਹਿਓ, ਇਨ ਦਇਓ ਰਾਜ ਕਿਨ ਨਾਹੀ। ਰਈਅਤ ਆਕੀ ਹਮ ਭਈ, ਆਏ ਨਾਦਰ ਅਹਿਮਦ ਸ਼ਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸ੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਹਾਲੇ ਤੱਕ ਆਪਾਂ ਨੇ ਇਹ ਪ੍ਰਸੰਗ ਵਿਚਾਰਿਆ ਕਿ ਕਿਵੇਂ ਦਿੱਲੀ 'ਤੇ ਅੰਗਰੇਜ਼ ਆਉਂਦੇ ਹਨ, ਕਾਬਜ਼ ਹੁੰਦੇ ਹਨ। ਪਰ ਜਦੋਂ ਅੰਗਰੇਜ਼ ਇਸ ਦਿੱਲੀ ਦੀ ਧਰਤੀ 'ਤੇ ਆ ਕੇ ਵੇਖਦੇ ਨੇ ਵੀ ਇਸ ਧਰਤੀ 'ਤੇ, ਹਿੰਦੁਸਤਾਨ ਦੀ ਧਰਤੀ 'ਤੇ ਇੱਕ ਪੰਥ ਐਸਾ ਹੈ, ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਸਿੰਘ ਆਖਿਆ ਜਾਂਦਾ, ਕੋਈ ਉਹਨਾਂ ਨੂੰ ਖਾਲਸਾ ਕਹਿੰਦਾ ਹੈ। ਇਹ ਇੰਨੇ ਤਾਕਤਵਰ ਨੇ ਵੀ ਕਦੀ ਦਿੱਲੀ ਆ ਕੇ ਘੇਰ ਲੈਂਦੇ ਨੇ ਅਤੇ ਫਿਰ ਜੀਅ ਕਰਦਾ ਦਿੱਲੀ ਛੱਡ ਕੇ ਵੀ ਚਲੇ ਜਾਂਦੇ। ਇਹ ਬੇਪਰਵਾਹ ਵਿਚਰਦੇ ਹੈ, ਬੜੇ ਤਾਕਤਵਰ ਨੇ, ਰਾਜ ਭਾਗ ਮਾਣ ਰਹੇ ਹਨ। ਇਸ ਕਰਕੇ ਅੰਗਰੇਜ਼ਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਵੀ ਇਹਨਾਂ ਨੂੰ ਇਹ ਤਾਕਤ ਕਿੱਥੋਂ ਮਿਲੀ, ਇਹ ਰਾਜ ਭਾਗ ਕਿੱਥੋਂ ਮਿਲੇ। ਇਸ ਕਰਕੇ ਅੰਗਰੇਜ਼ ਜਿਹੜੇ ਹਨ ਉਹ ਦਿੱਲੀ ਦੇ ਬਾਦਸ਼ਾਹ ਨੂੰ ਪੁੱਛਦੇ ਹਨ ਵੀ ਤੁਸੀਂ ਸਾਨੂੰ ਦੱਸਣਾ ਕਰੋ ਵੀ ਇਹ ਲੋਕ ਕੌਣ ਹਨ ਔਰ ਇਹਨਾਂ ਨੂੰ ਤਾਕਤ ਕਿੱਥੋਂ ਮਿਲੀ, ਇਹ ਰਾਜ ਭਾਗ ਇਹਨਾਂ ਨੂੰ ਕਿਹਨਾਂ ਨੇ ਲੈ ਕੇ ਦਿੱਤਾ, ਜਾਂ ਕਿਸੇ ਨੇ ਇਹਨਾਂ ਨੂੰ ਇਨਾਮ ਦੇ ਵਿੱਚ ਦਿੱਤਾ, ਜਾਂ ਇਹਨਾਂ ਨੇ ਕਿਸੇ ਤੋਂ ਜਿੱਤਿਆ ਹੈ। ਇਹ ਸਾਰੀ ਗੱਲ ਸਾਨੂੰ ਦੱਸਣਾ ਕਰੋ। ਪਰ ਉਸ ਵਕਤ ਦਿੱਲੀ ਦਾ ਬਾਦਸ਼ਾਹ ਸਾਰੇ ਦਾ ਸਾਰਾ ਝੂਠ ਅੰਗਰੇਜ਼ਾਂ ਨੂੰ ਦੱਸਦਾ ਹੈ, ਕੁਝ ਵੀ ਉਹ ਸੱਚ ਨਹੀਂ ਦੱਸਦਾ। ਇਹ ਸਾਰਾ ਜਿਹੜਾ ਪ੍ਰਕਰਨ ਹੈ ਆਪਾਂ ਸਾਧ ਸੰਗਤ ਵਿਚਾਰਿਆ। ਹੁਣ ਇਸ ਤੋਂ ਅੱਗੇ ਇਹੀ ਪ੍ਰਸੰਗ ਜਿਹੜਾ ਉਹ ਅੱਗੇ ਚੱਲੇਗਾ, ਉਹਦੀ ਵਿਚਾਰ ਅੱਜ ਆਪਾਂ ਕਰਨੀ ਹੈ ਸਾਧ ਸੰਗਤ। ਤੋਂ ਜਿੰਨੇ ਵੀ ਆਪਾਂ ਸਰੀਰ ਜੁੜ ਬੈਠੇ ਹਾਂ, ਸਤਿਗੁਰਾਂ ਦੇ ਚਰਨਾਂ 'ਤੇ ਟੇਕ ਲਈਏ ਔਰ ਸਤਿਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸਾਡੀ ਬੁੱਧੀ ਨਹੀਂ ਕਿ ਆਪ ਜੀ ਦੀ ਕਥਾ ਕਰ ਸਕੀਏ, ਆਪ ਜੀ ਦੇ ਬਖਸ਼ੇ ਇਤਿਹਾਸ ਦੀ ਵਿਚਾਰ ਕਰ ਸਕੀਏ। ਇਸ ਕਰਕੇ ਸਤਿਗੁਰੂ ਤੁਸੀਂ ਰਹਿਮਤ ਕਰਿਓ, ਸੀਸ 'ਤੇ ਆਪਣਾ ਹੱਥ ਰੱਖਿਓ, ਨਦਰ ਭਰੀ ਬਖਸ਼ਿਸ਼ ਭਰੀ ਨਦਰ ਨਾਲ ਤੱਕਿਓ ਔਰ ਆਪ ਹੀ ਵਿੱਚ ਵਰਤ ਕੇ ਸਾਰੀ ਕਥਾ ਕਰਾ ਲਿਓ। ਸੋ ਆਓ ਸਾਧ ਸੰਗਤ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਜੋੜੀਏ ਔਰ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਪਾਤਸ਼ਾਹੀ ਇਮ ਕਹਿਓ,
ਇਨ ਦਇਓ ਰਾਜ ਕਿਨ ਨਾਹੀ। ਸੋ ਸਾਧ ਸੰਗਤ ਤੇ ਪ੍ਰਸੰਗ ਹੁਣ ਅੱਗੇ ਚੱਲਦਾ ਹੈ। ਹੁਣ ਜਦੋਂ ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਇਸ ਤਰ੍ਹਾਂ ਦੱਸਿਆ ਵੀ ਇਹਨਾਂ ਸਿੰਘਾਂ ਨੂੰ ਰਾਜ ਕਿਸੇ ਨੇ ਨਹੀਂ ਲੈ ਕੇ ਦਿੱਤਾ। ਰਈਅਤ ਆਕੀ ਹਮ ਭਈ ਆਏ ਨਾਦਰ ਅਹਿਮਦ ਸ਼ਾਹੀ। ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਦੱਸਿਆ ਵੀ ਇਹ ਤਾਂ ਇੱਕ ਗਰੀਬ ਜੀ ਪ੍ਰਜਾ ਹੈ। ਜਦੋਂ ਅਸੀਂ ਨਾਦਰ ਸ਼ਾਹ ਔਰ ਅਹਿਮਦ ਸ਼ਾਹ ਦੇ ਨਾਲ ਜੰਗਾਂ ਯੁੱਧਾਂ ਵਿੱਚ ਰੁੱਝ ਗਏ, ਇਹ ਸਾਡੇ ਤੋਂ ਬਾਗੀ ਹੋ ਗਏ। ਚੌਪਈ ਤਬ ਅੰਗਰੇਜ਼ਨ ਤਿਉ ਈ ਲਿਖ ਲਿਓ। ਜਦੋਂ ਦਿੱਲੀ ਦੇ ਬਾਦਸ਼ਾਹ ਨੇ ਇਹ ਸਾਰਾ ਝੂਠ ਅੰਗਰੇਜ਼ਾਂ ਨੂੰ ਦੱਸਿਆ, ਅੰਗਰੇਜ਼ਾਂ ਨੂੰ ਨਹੀਂ ਪਤਾ ਸੀ ਵੀ ਇਹ ਝੂਠ ਹੈ, ਇਸ ਕਰਕੇ ਉਹਨਾਂ ਨੇ ਸਾਰੇ ਦਾ ਸਾਰਾ ਉਹ ਇਤਿਹਾਸ ਜਿਹੜਾ ਹੈ ਸਿੰਘਾਂ ਦਾ, ਉਹ ਉਵੇਂ ਦਾ ਉਵੇਂ ਹੀ ਆਪਣੀ ਕਿਤਾਬ ਤੇ ਲਿਖ ਲਿਆ। ਸਿੰਘਣ ਰਾਜ ਨ ਕਿਨਹੂ ਦਿਓ। ਅੰਗਰੇਜ਼ਾਂ ਨੇ ਇਹ ਲਿਖ ਲਿਆ ਵੀ ਸਿੰਘਾਂ ਨੂੰ ਰਾਜ ਕਿਸੇ ਨੇ ਨਹੀਂ ਦਿੱਤਾ। ਨਹੀਂ ਪਰਵਾਨੋ ਸਿੰਘਾਂ ਪਾਹੇ। ਨਾ ਹੀ ਇਹਨਾਂ ਸਿੰਘਾਂ ਦੇ ਕੋਲ ਕੋਈ ਅਫੀਸ਼ੀਅਲ ਡਾਕੂਮੈਂਟ ਹੈ, ਕੋਈ ਰਿਟਨ ਜਿਹਦੇ ਤੇ ਲਿਖਿਆ ਹੋਵੇ ਵੀ ਇਹ ਰਾਜ ਭਾਗ ਤੁਹਾਡਾ ਹੈ। ਇਹੋ ਜਿਹਾ ਪਰਵਾਨਾ ਵੀ ਸਿੰਘਾਂ ਦੇ ਕੋਲ ਨਹੀਂ ਹੈ। ਨਹੀਂ ਬਖਸ਼ ਕਿਨ ਕਰੀ ਪਾਤਸ਼ਾਹੇ। ਔਰ ਨਾ ਹੀ ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਕੋਈ ਇਨਾਮ ਦੇ ਵਜੋਂ ਰਾਜ ਭਾਗ ਦਿੱਤਾ ਹੈ। ਦਲੀਸ਼ ਕਹਿਓ ਤਿਮ ਲਿਖਿਓ ਕਿਤਾਬ। ਜਿਵੇਂ ਦਿੱਲੀ ਦੇ ਬਾਦਸ਼ਾਹ ਨੇ ਸਾਰਾ ਇਤਿਹਾਸ ਦੱਸਿਆ, ਉਹਨਾਂ ਅੰਗਰੇਜ਼ਾਂ ਨੇ ਆਪਣੀ ਕਿਤਾਬ ਤੇ ਲਿਖ ਲਿਆ। ਹੁਕਮ ਪਾਏ ਯੋਂ ਧਰੀ ਸ਼ਤਾਬ। ਔਰ ਹੁਕਮ ਪਾ ਕੇ ਫਿਰ ਸਾਰਾ ਲਿਖ ਕੇ ਉਹਨਾਂ ਨੇ ਕਿਤਾਬ ਬੰਦ ਕਰ ਦਿੱਤੀ, ਔਰ ਇਹ ਸਮਝ ਕੇ ਵੀ ਇਹ ਸਿੰਘਾਂ ਦਾ ਇਤਿਹਾਸ ਹੈ, ਇਹ ਸਿੰਘਾਂ ਦੀ ਡਾਕੂਮੈਂਟਰੀ ਹੋ ਗਈ, ਔਰ ਉਹਨਾਂ ਨੇ ਉਹ ਫਿਰ ਚੀਜ਼ ਨੂੰ ਸਾਂਭ ਦਿੱਤਾ। ਯੋ ਨਹਿ ਪਰਵਾਨੋ ਸਿੰਘਨ ਪਾਹੇ। ਔਰ ਇਹ ਲਿਖ ਕੇ ਉਹਨਾਂ ਨੇ ਮਨ ਵਿੱਚ ਵਿਚਾਰ ਕਰ ਲਈ ਵੀ ਸਿੰਘਾਂ ਦੇ ਕੋਲ ਕੋਈ ਵੀ ਅਫੀਸ਼ੀਅਲ ਰਿਟਨ ਡਾਕੂਮੈਂਟ ਨਹੀਂ ਹੈ ਜਿਹਦੇ ਤੇ ਲਿਖਿਆ ਹੋਵੇ ਵੀ ਸਿੰਘਾਂ ਨੂੰ ਇਸ ਧਰਤੀ ਦਾ, ਇਸ ਖਿੱਤੇ ਦਾ ਰਾਜ ਭਾਗ ਦਿੱਤਾ ਜਾਂਦਾ ਹੈ। ਔ ਨਹਿ ਬਖਸ਼ਿਓ ਕਿਨ ਪਾਤਸ਼ਾਹੇ। ਔਰ ਨਾ ਹੀ ਇਹਨਾਂ ਦੇ ਕੋਲ ਬਾਦਸ਼ਾਹ ਵੱਲੋਂ ਕੋਈ ਦਿੱਤਾ ਹੋਇਆ ਇਨਾਮ ਹੈ, ਭਾਵ ਇਹ ਰਾਜ ਭਾਗ ਕਿਸੇ ਨੇ ਇਹਨਾਂ ਨੂੰ ਇਨਾਮ ਦੇ ਵਜੋਂ ਵੀ ਨਹੀਂ ਦਿੱਤਾ। ਰਈਅਤ ਆਕੀ ਕਬ ਰਹਿਨੇ ਪਾਏ। ਸੋ ਇਸ ਕਰਕੇ ਅੰਗਰੇਜ਼ ਇਹ ਮਨ ਵਿੱਚ ਵਿਚਾਰ ਕਰਦੇ ਨੇ ਵੀ ਜੇ ਕਿਸੇ ਨੇ ਇਹਨਾਂ ਨੂੰ ਰਾਜ ਨਹੀਂ ਦਿੱਤਾ ਔਰ ਇਹਨਾਂ ਕੋਲ ਕੁਝ ਵੀ ਅਫੀਸ਼ੀਅਲ ਰਿਟਨ ਡਾਕੂਮੈਂਟ ਨਹੀਂ ਹੈ, ਇਸ ਕਰਕੇ ਜੇ ਇਹ ਗਰੀਬ ਜੀ ਪ੍ਰਜਾ ਹੈ, ਫਿਰ ਪ੍ਰਜਾ ਬਾਗੀ ਹੋ ਗਈ ਹੈ। ਇੱਕ ਪ੍ਰਜਾ ਬਾਗੀ ਕਦੋਂ ਤੱਕ ਰਹਿ ਸਕਦੀ ਹੈ? ਪ੍ਰਜਾ ਨੂੰ ਬਾਗੀ ਥੋੜ੍ਹੀ ਰਹਿਣ ਦਿੱਤਾ ਜਾਂਦਾ ਹੈ। ਇਹ ਅੰਗਰੇਜ਼ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਹਨ। ਲਈਅਗ ਇਨ ਤੇ ਮੁਲਕ ਛਨਾਏ। ਇਸ ਕਰਕੇ ਅੰਗਰੇਜ਼ ਕਹਿੰਦੇ ਵੀ ਇਹਨਾਂ ਤੋਂ ਮੁਲਕ ਛਡਾ ਲੈਣਾ ਚਾਹੀਦਾ ਹੈ। ਜੇ ਇਹ ਬਾਗੀ ਹੋ ਗਏ ਨੇ, ਧੱਕੇ ਦੇ ਨਾਲ ਹੀ ਕੋਈ ਕਬਜ਼ਾ ਕਰੀ ਬੈਠੇ ਹੈ, ਫਿਰ ਜੇ ਪ੍ਰਜਾ ਕੋਈ ਹੋਵੇ ਔਰ ਧੱਕੇ ਦੇ ਨਾਲ ਕੋਈ ਖਿੱਤਾ ਮੱਲੀ ਬੈਠੀ ਹੋਵੇ, ਉਹਦੇ ਤੋਂ ਆਜ਼ਾਦ ਕਰਾਉਣਾ ਚਾਹੀਦਾ, ਉਹਦੇ ਤੋਂ ਉਹ ਥਾਂ, ਉਹ ਧਰਤੀ ਖੋਹ ਲੈਣੀ ਚਾਹੀਦੀ ਹੈ, ਇਹਨਾਂ ਤੋਂ ਮੁਲਕ ਛਡਾ ਲੈਣਾ ਚਾਹੀਦਾ ਹੈ। ਜਬ ਅੰਗਰੇਜ਼ਨ ਇਮ ਲਿਖ ਧਰਿਓ। ਜਦੋਂ ਅੰਗਰੇਜ਼ਾਂ ਨੇ ਇਹ ਸਾਰਾ ਸਿੰਘਾਂ ਦਾ ਪ੍ਰਸੰਗ ਇਸ ਤਰ੍ਹਾਂ ਲਿਖ ਲਿਆ, ਦੁਸ਼ਟ ਮੁਗਲ ਤਬ ਖੁਸ਼ੀਆਂ ਭਰਿਓ। ਫਿਰ ਜਿਹੜਾ ਦੁਸ਼ਟ ਮੁਗਲ ਹੈ, ਬਾਦਸ਼ਾਹ ਹੈ ਦਿੱਲੀ ਦਾ, ਉਹ ਬੜਾ ਖੁਸ਼ ਹੁੰਦਾ ਹੈ। ਦੋਹਰਾ ਤੁਰਕ ਨਾ ਖੁਸ਼ੀਆ ਕਿਮ ਕਰੈ ਕਿਮ ਕਹੈ ਨਾ ਖੋਟੀ ਬਾਤ। ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਵੀ ਇਹ ਤੁਰਕ ਜਿਹੜਾ ਹੈ ਦਿੱਲੀ ਦਾ ਬਾਦਸ਼ਾਹ, ਇਹ ਖੁਸ਼ ਕਿਉਂ ਨਾ ਹੁੰਦਾ, ਇਹ ਖੋਟੀ ਗੱਲ ਕਿਉਂ ਨਾ ਕਰਦਾ। ਤੁਰਕਨ ਔ ਹਿੰਦੂਅਨ ਹੁਤੋ ਦੀਨ ਮਜਬ ਕੋ ਘਾਤ। ਇਹਨੇ ਖੋਟੀ ਗੱਲ ਇਸ ਕਰਕੇ ਕੀਤੀ ਹੈ, ਇਹ ਝੂਠ ਬੋਲ ਕੇ ਇਸ ਕਰਕੇ ਖੁਸ਼ ਹੋ ਰਿਹਾ ਹੈ ਕਿਉਂਕਿ ਇਹਨਾਂ ਤੁਰਕਾਂ ਦਾ ਤੇ ਹਿੰਦੁਸਤਾਨ ਦੇ ਲੋਕਾਂ ਦਾ ਕਦੋਂ ਮੇਲ ਰਿਹਾ? ਇਹਨਾਂ ਦਾ ਤਾਂ ਬੜੇ ਸਮੇਂ ਤੋਂ ਵੈਰ ਰਿਹਾ ਹੈ। ਇਹ ਤੁਰਕ ਜਿਹੜੇ ਹਨ, ਇੱਥੋਂ ਦੇ ਲੋਕਾਂ ਦਾ ਘਾਣ ਕਰਦੇ ਆਏ ਹਨ। ਚੌਪਈ ਕਈ ਬਰਸ ਇਮ ਬੀਤਤ ਭਏ। ਸੋ ਇਸ ਪ੍ਰਕਾਰ ਸਾਧ ਸੰਗਤ ਕਈ ਸਮਾਂ ਬੀਤ ਗਿਆ, ਕਈ ਸਾਲ ਬੀਤ ਜਾਂਦੇ ਹਨ। ਰਣਜੀਤ ਸਿੰਘ ਮੁਲਖੀਏ ਸੰਤਏ। ਮੁਲਖਈਏ ਸੰਤਏ, ਰਣਜੀਤ ਸਿੰਘ ਮੁਲਖਈਏ ਸੰਤਏ। ਕਹਿੰਦੇ ਇਸ ਤਰ੍ਹਾਂ ਕਈ ਸਾਲ ਬੀਤ ਗਏ ਔਰ ਫਿਰ ਇਹ ਦੱਸਦੇ ਨੇ ਵੀ ਸਮਾਂ ਲੰਘਿਆ ਕਿ ਰਣਜੀਤ ਸਿੰਘ ਤੋਂ ਕੁਝ ਰਿਆਸਤਾਂ ਤੰਗ ਆਉਂਦੀਆਂ। ਹੁਣ ਇੱਥੇ ਜੇ ਇਸ ਗੱਲ ਨੂੰ ਚੰਗੀ ਤਰ੍ਹਾਂ ਨਾ ਸਮਝਾਇਆ ਤਾਂ ਇੱਕ ਭੁਲੇਖਾ ਪੈ ਸਕਦਾ ਹੈ ਵੀ ਕੀ ਆਪਾਂ ਤਾਂ ਕਹਿੰਦੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਬੜਾ ਤਕੜਾ ਹੈ ਔਰ ਬੜਾ ਉਹ ਸੈਕੂਲਰ ਬੰਦਾ ਸੀ, ਬੜਾ ਸਰਬੱਤ ਦਾ ਭਲਾ ਲੋਚਣ ਵਾਲਾ ਮਹਾਰਾਜਾ ਸੀ, ਦੁਨੀਆ 'ਤੇ ਮਿਸਾਲ ਉਵੇਂ ਦੀ ਨਹੀਂ ਮਿਲਦੀ। ਫਿਰ ਇੱਥੇ ਇਸ ਤਰ੍ਹਾਂ ਕਿਉਂ ਲਿਖਿਆ ਵੀ ਮੁਲਖਈਏ ਸੰਤਾਏ? ਇਹਨੂੰ ਹੁਣ ਸਮਝਿਓ ਥੋੜ੍ਹਾ ਜਿਹਾ ਸਾਧ ਸੰਗਤ। ਆਪਾਂ ਇਹ ਜਾਣਦੇ ਹਾਂ ਵੀ ਸਤਲੁਜ ਤੋਂ ਜਿਹੜਾ ਪਰਲਾ ਬੰਨਾ ਹੈ, ਲਹਿੰਦੇ ਵਾਲਾ ਪਾਸਾ, ਉੱਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਭ ਤੋਂ ਪਹਿਲਾਂ। ਹਾਲਾਂਕਿ ਪਹਿਲਾਂ ਉੱਥੇ 11 ਮਿਸਲਾਂ ਰਾਜ ਕਰਦੀਆਂ ਸੀ ਔਰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ 11 ਮਿਸਲਾਂ ਨੂੰ ਤੋੜ ਕੇ ਇੱਕ ਰਾਜ ਦੇ ਅਧੀਨ ਕੀਤਾ
ਕਿਉਂਕਿ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਵੀ ਉਹਨਾਂ ਮਿਸਲਾਂ ਦੇ ਸਰਦਾਰਾਂ ਨੂੰ ਇਹ ਗੱਲ ਸਮਝਾਈ ਸੀ ਵੀ ਜੇ ਆਪਾਂ ਵੱਖੋ ਵੱਖਰੇ ਰਹਿ ਗਏ ਤੇ ਦੁਸ਼ਮਣ ਵਾਸਤੇ ਇਹ ਬੜੀ ਸੌਖਾ ਕੰਮ ਹੋਏਗਾ ਵੀ ਆਪਾਂ ਨੂੰ ਜਿੱਤ ਲੈਣਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਮਹਾਰਾਜੇ ਦੇ ਅਧੀਨ ਆਉਣਾ ਚਾਹੀਦਾ ਹੈ। ਉਸ ਵਕਤ ਫਿਰ ਮਹਾਰਾਜੇ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਗਿਆ ਔਰ ਸਤਲੁਜ ਤੋਂ ਜਿਹੜਾ ਲਹਿੰਦਾ ਪਾਸਾ ਹੈ, ਪਰਲਾ ਪਾਸਾ, ਉਹ ਸਾਰਾ ਮਹਾਰਾਜੇ ਰਣਜੀਤ ਸਿੰਘ ਦੇ ਅਧੀਨ ਆਉਂਦਾ ਹੈ। ਪਰ ਸਤਲੁਜ ਤੋਂ ਜਿਹੜਾ ਉਰਲਾ ਬੰਨਾ ਹੈ ਪੂਰਬ ਵਾਲੇ ਪਾਸੇ, ਇਹ 5 ਰਿਆਸਤਾਂ ਇੱਧਰ ਆਉਂਦੀਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਸੀ ਵੀ ਇੱਧਰਲਾ ਪਾਸਾ ਵੀ ਮੈਂ ਫਤਿਹ ਕਰਾਂ, ਸਰ ਕਰਾਂ। ਸਤਲੁਜ ਤੋਂ ਉਰਲੇ ਬੰਨੇ ਇਹ 5 ਰਿਆਸਤਾਂ ਆਉਂਦੀਆਂ, ਜਿਵੇਂ ਪਟਿਆਲੇ ਦੀ ਰਿਆਸਤ ਹੋ ਗਈ, ਜੀਂਦ ਦੀ ਰਿਆਸਤ ਹੋ ਗਈ, ਫਿਰ ਨਾਭਾ ਹੋ ਗਿਆ, ਕੈਂਥਲ ਹੋ ਗਿਆ, ਫਰੀਦਕੋਟ ਹੋ ਗਿਆ। ਇਹ 5 ਰਿਆਸਤਾਂ ਆਉਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਸੋਚਦਾ ਵੀ ਸਤਲੁਜ ਤੋਂ ਪਰਲੇ ਬੰਨੇ ਤਾਂ ਰਾਜ ਭਾਗ ਆ ਗਿਆ, ਹੁਣ ਸਤਲੁਜ ਤੋਂ ਉਰਲੇ ਬੰਨੇ ਨੂੰ ਵੀ ਫਤਿਹ ਕਰਨਾ ਹੈ। ਹਾਲਾਂਕਿ ਉਰਲੇ ਪਾਸੇ ਇਹਦੇ ਨਾਨਕੇ ਵੀ ਪੈਂਦੇ ਸਨ। ਜਿਹੜਾ ਜੀਂਦ ਦਾ ਮਹਾਰਾਜਾ ਹੈ, ਮਹਾਰਾਜਾ ਗਜਪਤ ਸਿੰਘ, ਉਹਦੀ ਧੀ ਮਹਾਰਾਜੇ ਰਣਜੀਤ ਸਿੰਘ ਦੀ ਮਾਂ ਲੱਗਦੀ ਸੀ, ਉਹ ਮਾਂ ਸੀ ਉਹਦੀ। ਇਹਦਾ ਮਤਲਬ ਵੀ ਜੀਂਦ ਦਾ ਜਿਹੜਾ ਰਾਜਾ ਸੀ ਉਹ ਮਹਾਰਾਜੇ ਰਣਜੀਤ ਸਿੰਘ ਦਾ ਨਾਨਾ ਲੱਗਦਾ ਹੈ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਆਪਣੇ ਫੌਜਾਂ ਦੇ ਨਾਲ ਇੱਧਰਲੇ ਪਾਸੇ ਆਉਂਦਾ ਵੀ ਹੈ, ਪਟਿਆਲੇ ਆਉਂਦਾ ਹੈ। ਇੱਥੇ ਆਪਣੇ ਮਾਮੇ ਸਾਹਿਬ ਸਿੰਘ ਨੂੰ ਮਿਲਦਾ ਹੈ ਔਰ ਇੱਕ ਵਾਰੀ ਮਾਮਾ ਸਾਹਿਬ ਸਿੰਘ ਨੇ ਪੁੱਛ ਵੀ ਲਿਆ ਰਣਜੀਤ ਸਿੰਘ ਨੂੰ ਵੀ ਭਾਣਜਾ ਜੀ ਵੀ ਇਹ ਫੌਜਾਂ, ਇਹ ਲਸ਼ਕਰ ਲੈ ਕੇ ਕਿੱਥੇ ਚੱਲੇ ਹੋ? ਤੇ ਮਹਾਰਾਜੇ ਰਣਜੀਤ ਸਿੰਘ ਨੇ ਦੱਸਿਆ ਵੀ ਆਪਾਂ ਦਿੱਲੀ ਘੇਰਨ ਚੱਲੇ ਹਾਂ। ਤੇ ਮਾਮੇ ਨੇ ਸਮਝਾਇਆ ਵੀ ਹਜੇ ਵਕਤ ਨਹੀਂ ਹੈ, ਤੂੰ ਵਾਪਸ ਮੁੜ ਜਾ। ਚਲੋ ਉਦੋਂ ਸਲਾਹ ਮਸ਼ਵਰੇ ਹੋਏ ਔਰ ਮਾਮੇ ਦੀ ਸਲਾਹ ਮੰਨ ਕੇ ਮਹਾਰਾਜਾ ਰਣਜੀਤ ਸਿੰਘ ਵਾਪਸ ਮੁੜ ਜਾਂਦਾ ਹੈ। ਪਰ ਇਹ ਗੱਲ ਧਿਆਨ ਵਿੱਚ ਰੱਖਿਓ ਸਾਧ ਸੰਗਤ, ਜਿਹੜੇ ਰਾਜੇ ਹੁੰਦੇ ਇਹ ਕਦੀ ਕਿਸੇ ਦੇ ਰਿਸ਼ਤੇਦਾਰ ਨਹੀਂ ਹੁੰਦੇ, ਇਹ ਆਪਣਾ ਮਤਲਬ ਸੋਚਦੇ ਹੁੰਦੇ ਆ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਤਾਂ ਫੌਜਾਂ ਲੈ ਕੇ ਗੱਲ ਮੰਨ ਕੇ ਵਾਪਸ ਚਲਾ ਗਿਆ, ਪਰ ਬਾਅਦ ਵਿੱਚ ਇਹ 5 ਰਿਆਸਤਾਂ ਦੇ ਜਿਹੜੇ ਰਾਜੇ ਹਨ ਉਹ ਇਕੱਠੇ ਹੁੰਦੇ ਹਨ ਔਰ ਆਪਸ ਦੇ ਵਿੱਚ ਇਹ ਵਿਚਾਰ ਕਰਦੇ ਹਨ ਕਿ ਮਹਾਰਾਜੇ ਰਣਜੀਤ ਸਿੰਘ ਨੇ ਪਰਲਾ ਪਾਸਾ ਸਾਰਾ ਸਰ ਕਰ ਲਿਆ, ਫਤਿਹ ਕਰ ਲਿਆ ਔਰ ਇਹ ਚਾਹੂਗਾ ਵੀ ਉਰਲਾ ਪਾਸਾ ਵੀ ਫਤਿਹ ਕਰਨਾ। ਇਹ ਚੁੱਪ ਨਹੀਂ ਬੈਠੇਗਾ, ਹੌਲੀ ਹੌਲੀ ਕਰਕੇ ਇਹ ਆਪਾਂ ਸਾਰਿਆਂ ਨੂੰ ਵੀ ਆਪਣੇ ਅਧੀਨ ਕਰ ਲਵੇਗਾ, ਪਰ ਆਪਾਂ ਮਹਾਰਾਜੇ ਰਣਜੀਤ ਸਿੰਘ ਦੇ ਅਧੀਨ ਨਹੀਂ ਆਉਣਾ। ਇਹ ਸਾਰੇ ਉਹ 5 ਰਿਆਸਤਾਂ ਦੇ ਰਾਜੇ ਵਿਚਾਰ ਕਰਦੇ ਹਨ। ਫਿਰ ਸੋਚਦੇ ਹਨ ਵੀ ਹੁਣ ਹੱਲ ਕਿਵੇਂ ਕੱਢਿਆ ਜਾਵੇ, ਕਿਉਂਕਿ ਹੈ ਉਹ ਬੜਾ ਤਾਕਤਵਰ। ਫਿਰ ਉੱਥੇ ਇੱਕ ਮੁਹਾਵਰਾ ਉਹਨਾਂ ਦੇ ਵੱਲੋਂ ਵਰਤਿਆ ਜਾਂਦਾ ਹੈ। ਇੱਕ ਪਾਸੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇੱਕ ਪਾਸੇ ਦਿੱਲੀ ਤੇ ਅੰਗਰੇਜ਼ ਕਾਬਜ ਸਨ ਤੇ ਇਹ 5 ਰਿਆਸਤਾਂ ਦੇ ਰਾਜੇ ਜਿਹੜੇ ਵਿਚਾਰ ਕਰਦੇ ਹਨ ਵੀ ਇੰਜ ਸਮਝ ਲਓ ਵੀ ਇੱਕ ਪਾਸੇ ਹੈਗਾ ਇਹ ਹੈਜਾ ਤੇ ਇੱਕ ਪਾਸੇ ਆ ਟੀਬੀ ਦੀ ਬਿਮਾਰੀ। ਹੁਣ ਹੈਜਾ ਜਿਹਨੂੰ ਹੋ ਜਾਵੇ ਉਹ ਮਨੁੱਖ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਜਾਂਦੀ, ਉਹਨੂੰ ਸਮਾਂ ਨਹੀਂ ਮਿਲਦਾ। ਪਰ ਜਿਸ ਮਨੁੱਖ ਨੂੰ ਟੀਬੀ ਹੋ ਜਾਵੇ ਉਹਦੇ ਬਚਣ ਦੇ ਵੀ ਚਾਂਸ ਹੋ ਸਕਦੇ ਹਨ। ਜੇ ਨਾ ਵੀ ਬਚਣਾ ਹੋਵੇ ਤੇ ਮੌਤ ਇੱਕੋ ਦਮ ਨਹੀਂ ਆਉਂਦੀ, ਕੁਝ ਸਮਾਂ ਪਾ ਕੇ ਆਉਂਦੀ ਹੈ। ਤੇ ਇਹ ਰਾਜੇ ਸੋਚਦੇ ਵੀ ਮਹਾਰਾਜਾ ਰਣਜੀਤ ਸਿੰਘ ਇੰਨਾ ਤਾਕਤਵਰ ਆ ਜਿਵੇਂ ਹੈਜੇ ਦੀ ਬਿਮਾਰੀ ਹੋਵੇ, ਜੇ ਇਹ ਸਾਨੂੰ ਫਤਿਹ ਕਰਨ ਤੇ ਆਇਆ ਤੇ ਚੰਦ ਮਿੰਟਾਂ 'ਚ ਇਹਨੇ ਫਤਿਹ ਕਰ ਲੈਣਾ, ਕੁਝ ਸਮੇਂ 'ਚ ਇਹਨੇ ਫਤਿਹ ਕਰ ਲੈਣਾ। ਪਰ ਅੰਗਰੇਜ਼ ਹੈਗੇ ਨੇ, ਜਿਵੇਂ ਟੀਬੀ ਦੀ ਬਿਮਾਰੀ ਹੈ, ਉਹ ਵੀ ਨੁਕਸਾਨਦਾਇਕ, ਉਹ ਵੀ ਨੁਕਸਾਨ ਹੀ ਕਰਨਗੇ, ਪਰ ਘੱਟੋ ਘੱਟ ਉਹਨਾਂ ਦੇ ਅਧੀਨ ਹੋ ਕੇ ਸਾਨੂੰ ਕੁਝ ਸਮਾਂ ਤਾਂ ਮਿਲ ਹੀ ਜਾਊਗਾ ਨਾ। ਇਸ ਕਰਕੇ ਸਾਰੇ ਜਾਣੇ ਫੈਸਲਾ ਕਰਦੇ ਨੇ ਵੀ ਆਪਾਂ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਲੈਂਦੇ ਹਾਂ, ਉਹਨਾਂ ਤੋਂ ਮਦਦ ਲੈ ਲੈਂਦੇ ਹਾਂ, ਪਰ ਮਹਾਰਾਜੇ ਰਣਜੀਤ ਸਿੰਘ ਦੇ ਅਧੀਨ ਨਹੀਂ ਆਉਣਾ। ਇਹ ਦੇਖੋ ਸਾਡੀ ਇਹ ਤਰਾਸਦੀ ਵੀ ਇਹ ਸਾਧ ਸੰਗਤ ਕਿ ਅਸੀਂ ਦੁਸ਼ਮਣਾਂ ਜਿਹੜੇ ਵਿਰੋਧੀ ਨੇ, ਜਿਨ੍ਹਾਂ ਨੇ ਸਾਡਾ ਘਾਣ ਕਰਨਾ ਹੁੰਦਾ ਹੈ, ਅਸੀਂ ਉਹਨਾਂ ਦੀ ਅਧੀਨਗੀ ਤਾਂ ਖੁਸ਼ ਹੋ ਕੇ ਮੰਨ ਲੈਂਦੇ ਹਾਂ, ਪਰ ਪਤਾ ਨਹੀਂ ਕੀ ਗੱਲ ਆ ਵੀ ਅਸੀਂ ਚਾਹੁੰਦੇ ਵੀ ਸਾਡਾ ਆਪਦੇ ਦੀ ਕੋਈ ਸਾਡੇ ਤੇ ਉੱਤੇ ਲੱਤ ਨਾ ਹੋਵੇ। ਇਹ ਸ਼ੁਰੂ ਤੋਂ ਸਾਡੀ ਤਰਾਸਦੀ ਰਹੀ ਹੈ ਔਰ ਇਹਦਾ ਨੁਕਸਾਨ ਵੀ ਆਪਾਂ ਭੁਗਤਿਆ ਹੈ ਸਾਧ ਸੰਗਤ। ਇਸ ਕਰਕੇ ਸਾਨੂੰ ਅੱਜ ਹੀ ਸਮਝ ਲੈਣਾ ਚਾਹੀਦਾ ਹੈ ਵੀ ਜੇ ਸਾਡਾ ਆਪਦਾ ਹੀ ਸਾਡੇ ਉੱਤੇ ਰਾਜ ਕਰ ਜੂਗਾ ਤਾਂ ਕਿੱਡੀ ਕੁ ਗੱਲ ਹੈ ਵੀ ਦੁਸ਼ਮਣਾਂ ਦੇ ਗੁਲਾਮ ਬਣਨ ਨਾਲੋਂ ਆਪਦੇ ਦੇ ਅਧੀਨ ਹੋ ਜਾਣਾ ਚੰਗਾ ਨਹੀਂ ਸਾਧ ਸੰਗਤ। ਪਰ ਇਹਨਾਂ ਨੇ ਗਲਤੀ ਕੀਤੀ। ਇਹ ਕੀ ਕਰਦੇ ਹਨ ਵੀ ਫਿਰ ਅੰਗਰੇਜ਼ਾਂ ਨੂੰ ਲੈ ਆਉਂਦੇ ਹਨ ਵੀ ਤੁਸੀਂ ਸਾਡੀ ਮਦਦ ਕਰੋ, ਪਰ ਅਸੀਂ ਮਹਾਰਾਜੇ ਰਣਜੀਤ ਸਿੰਘ ਦੇ ਅਧੀਨ ਨਹੀਂ ਆਉਣਾ ਚਾਹੁੰਦੇ। ਤੋ ਇੱਥੇ ਲਿਖਦੇ ਹਨ ਕਈ ਬਰਸ ਇਮ ਬੀਤਤ ਪਏ। ਆ ਜਿਹੜੀ ਗੱਲ ਹੋਈ ਸੀ ਨਾ ਵੀ ਜਦੋਂ ਦਿੱਲੀ ਦਾ ਬਾਦਸ਼ਾਹ ਉਹਨਾਂ ਅੰਗਰੇਜ਼ਾਂ ਨੂੰ ਸਿੰਘਾਂ ਦੇ ਬਾਰੇ ਦੱਸਦਾ ਹੈ, ਉਸ ਘਟਨਾ ਤੋਂ ਬਾਅਦ ਕਈ ਸਾਲ ਬੀਤ ਜਾਂਦੇ ਹਨ, ਤਕਰੀਬਨ 4 ਸਾਲ ਬੀਤ ਜਾਂਦੇ ਹਨ। ਉਸ ਤੋਂ ਬਾਅਦ
ਫਿਰ ਜਿਹੜੇ ਇਹ ਮੁਲਖਈਏ ਹਨ, ਭਾਵ ਇਹ ਸਤਲੁਜ ਤੋਂ ਉਰਲੇ ਪਾਸੇ ਜਿਹੜੇ ਇਹ 5 ਰਿਆਸਤਾਂ ਦੇ ਰਾਜੇ ਹਨ, ਇਹ ਮਹਾਰਾਜੇ ਰਣਜੀਤ ਸਿੰਘ ਤੋਂ ਤੰਗ ਆਉਂਦੇ ਹਨ। ਇਸ ਕਰਕੇ ਇਹ ਅੰਗਰੇਜ਼ਾਂ ਨੂੰ ਲੈ ਆਉਂਦੇ ਹਨ। ਓਏ ਅੰਗਰੇਜ਼ਨ ਕੋ ਲੈ ਆਏ। ਇਸ ਕਰਕੇ ਉਹ ਇਸ ਧਰਤੀ ਦੇ ਇਸ ਥਾਂ ਤੇ ਅੰਗਰੇਜ਼ਾਂ ਨੂੰ ਲੈ ਕਰਕੇ ਆ ਜਾਂਦੇ ਹਨ। ਲੁਧਿਆਣਾ ਸੋਆਣ ਬਹਾਏ। ਫਿਰ ਅੰਗਰੇਜ਼ ਲੁਧਿਆਣੇ ਆ ਕੇ ਬਹਿ ਜਾਂਦੇ ਹਨ, ਉੱਥੇ ਛਾਉਣੀ ਪਾਉਂਦੇ ਹਨ। ਦੋਹਰਾ ਸਾਲ 18 ਸਹਿ ਬਿਤੇ ਅਧਿਕ 64 ਸੋਏ। ਸੋ ਇਹ 1864 ਸੰਮਤ ਦੀ ਗੱਲ ਹੋ ਰਹੀ ਹੈ ਸਾਧ ਸੰਗਤ। ਜੇ ਈਸਵੀ ਦੀ ਗੱਲ ਕਰੀਏ ਤਾਂ ਇਹਦੇ ਚੋਂ 57 ਕੱਢ ਦੋ, ਇਹ ਸਮਾਂ ਬਣ ਜਾਂਦਾ 1807। 1807 ਈਸਵੀ ਦਾ ਜਿਹੜਾ ਭਾਈ ਰਤਨ ਸਿੰਘ ਭੰਗੂ ਜੀ ਜ਼ਿਕਰ ਕਰ ਰਹੇ ਹਨ। ਮੋੜਿਓ ਪਾਰ ਉਤਾਰ ਤਿੰਨ ਰਣਜੀਤ ਸਿੰਘ ਦਲ ਜੋਏ। ਫਿਰ ਇਸ ਸਮੇਂ ਰਣਜੀਤ ਸਿੰਘ ਨੂੰ ਫਿਰ ਸਤਲੁਜ ਤੋਂ ਪਰਲੇ ਪਾਸੇ ਮੁੜਨਾ ਪੈਂਦਾ ਹੈ। ਉਹਨੂੰ ਸਾਰੀਆਂ ਆਪਣੀਆਂ ਫੌਜਾਂ ਵਾਪਸ ਲਿਜਾਣੀਆਂ ਪੈਂਦੀਆਂ ਹਨ। ਸੋਰਠਾ ਲੀਨੀ ਈਨ ਠਹਿਰਾਏ ਸਤਦਰਵ ਪਾਰ ਨ ਹਮ ਲਖੈ। ਸੋ 1807 ਦੇ ਵਿੱਚ ਇੱਕ ਸੰਧੀ ਹੁੰਦੀ ਹੈ ਰੋਪੜ ਦੇ ਕੋਲ, ਕਿਉਂਕਿ ਇਹ ਰਿਆਸਤਾਂ ਦੇ ਜਿਹੜੇ ਰਾਜੇ ਹਨ, ਪਟਿਆਲਾ, ਜੀਂਦ, ਕੈਂਥਲ, ਫਰੀਦਕੋਟ, ਇਹ ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਨੂੰ ਲੈ ਆਉਂਦੇ ਹਨ। ਸੋ ਅੰਗਰੇਜ਼ਾਂ ਤੇ ਮਹਾਰਾਜੇ ਰਣਜੀਤ ਸਿੰਘ ਦੇ ਵਿੱਚ ਇੱਕ ਸੰਧੀ ਹੁੰਦੀ ਹੈ ਰੋਪੜ ਦੇ ਕੋਲ, ਜਿਹਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਵੀ ਅੰਗਰੇਜ਼ ਸਤਲੁਜ ਤੋਂ ਪਰਲੇ ਪਾਸੇ ਨਹੀਂ ਜਾਣਗੇ ਔਰ ਮਹਾਰਾਜਾ ਰਣਜੀਤ ਸਿੰਘ ਇੱਧਰ ਨਹੀਂ ਆਏਗਾ। ਇਹ ਫੈਸਲਾ ਲਿਆ ਜਾਂਦਾ ਹੈ ਔਰ ਇਹ 5 ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਦੀ ਈਨ ਮੰਨਦੇ ਹਨ ਔਰ ਇਹ ਫੈਸਲਾ ਕਰਦੇ ਹਨ ਵੀ ਅਸੀਂ ਸਤਲੁਜ ਤੋਂ ਪਾਰ ਨਹੀਂ ਜਾਵਾਂਗੇ। ਮੁਲਖਈਨ ਦਿਲਾਸੇ ਲਾਏ ਮੁਲਕ ਮਫੂਜਾ ਲਿਖ ਦਿਓ। ਔਰ ਅੰਗਰੇਜ਼ਾਂ ਨੇ ਵੀ ਇਹਨਾਂ 5 ਰਿਆਸਤਾਂ ਦੇ ਰਾਜਿਆਂ ਨੂੰ ਇਹ ਦਿਲਾਸੇ ਦਿੱਤੇ ਵੀ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਸੀਂ ਸਾਡੀ ਕਰਿਓ ਔਰ ਆਪਾਂ ਮਹਾਰਾਜੇ ਰਣਜੀਤ ਸਿੰਘ ਨੂੰ ਇੱਧਰ ਨਹੀਂ ਆਉਣ ਦੇਵਾਂਗੇ। ਪਰ ਤੁਸੀਂ ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਵੀ ਦੱਬ ਲਾਂਗੇ, ਤੁਸੀਂ ਟੈਨਸ਼ਨ ਫਰੀ ਹੋ ਕੇ ਰਹੋ। ਇੱਕ ਵਾਰੀ ਉਹਨਾਂ ਅੰਗਰੇਜ਼ਾਂ ਨੇ ਤਾਂ ਦਿਲਾਸਾ ਦੇਣਾ ਹੀ ਸੀ, ਕਿਉਂਕਿ ਮਦਦ ਚਾਹੀਦੀ ਸੀ ਉਹਨਾਂ ਦੀ। ਔਰ ਬਾਅਦ ਵਿੱਚ ਆਪਾਂ ਨੂੰ ਪਤਾ ਹੀ ਹੈ ਕਿਵੇਂ ਉਹਨਾਂ ਨੇ ਖੋਰਾ ਲਾਇਆ, ਫਿਰ ਹੌਲੀ ਹੌਲੀ ਕਰਕੇ ਕਿਵੇਂ ਇਸ ਧਰਤੀ ਨੂੰ ਵੀ ਗੁਲਾਮ ਬਣਾਇਆ। ਔਰ ਜੇ ਕਿਤੇ ਇਹ ਫੈਸਲੇ ਨਾ ਲਏ ਜਾਂਦੇ, ਹੋ ਸਕਦਾ ਪੰਜਾਬ ਕਦੀ ਵੀ ਅੰਗਰੇਜ਼ਾਂ ਦਾ ਗੁਲਾਮ ਨਾ ਹੁੰਦਾ। ਪਰ ਖੈਰ ਉਸ ਵਕਤ ਇਹ ਸੰਧੀ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਇੱਧਰ ਨਹੀਂ ਆ ਸਕਦਾ ਔਰ ਇਹ ਅੰਗਰੇਜ਼ ਜਿਹੜੇ ਹਨ ਇਹ ਸਤਲੁਜ ਤੋਂ ਪਰਲੇ ਬਾਨੇ ਨਹੀਂ ਜਾਣਗੇ। ਇਸ ਕਰਕੇ ਮਹਾਰਾਜੇ ਰਣਜੀਤ ਸਿੰਘ ਨੂੰ ਆਪਣੀਆਂ ਫੌਜਾਂ ਲੈ ਕੇ ਫਿਰ ਸਤਲੁਜ ਤੋਂ ਪਰਲੇ ਬੰਨੇ ਹੀ ਮੁੜਨਾ ਪੈਂਦਾ ਹੈ। ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਸਾਧ ਸੰਗਤ, ਠੀਕ ਹੈ ਕਿ ਇਹ ਸ਼ਰਤ ਮਹਾਰਾਜੇ ਰਣਜੀਤ ਸਿੰਘ ਤੇ ਢੁੱਕਦੀ ਸੀ ਵੀ ਉਹ ਇੱਧਰ ਨਹੀਂ ਸੀ ਆ ਸਕਦਾ। ਪਰ ਜਿਹੜੇ ਅਕਾਲੀ ਹੁੰਦੇ ਸਨ ਨਾ, ਜਿਵੇਂ ਅਕਾਲੀ ਫੂਲਾ ਸਿੰਘ, ਸਾਧ ਸੰਗਤ, ਇਹਨਾਂ ਤੇ ਕੋਈ ਬੰਦਿਸ਼ ਨਹੀਂ ਸੀ, ਕਿਉਂਕਿ ਇਹ ਅਕਾਲੀ ਜਿਹੜੇ ਸਨ ਇਹ ਹਮੇਸ਼ਾ ਆਪਣੇ ਆਪ ਨੂੰ ਆਜ਼ਾਦ ਸਮਝਦੇ ਸਨ। ਇਹਨਾਂ ਦਾ ਇਹ ਸਿਧਾਂਤ ਸੀ ਵੀ ਰਾਜਾ ਭਾਵੇਂ ਸਾਡਾ ਆਪਦਾ ਵੀ ਕਿਉਂ ਨਾ ਹੋਵੇ, ਅਸੀਂ ਕਿਸੇ ਦੇ ਅਧੀਨ ਨਹੀਂ ਹੈਗੇ। ਸਗੋਂ ਅਕਾਲੀ ਇੱਥੋਂ ਦੇ ਰਾਜਿਆਂ ਤੇ ਕੁੰਡਾ ਰੱਖਦੇ ਸਨ। ਮਹਾਰਾਜੇ ਰਣਜੀਤ ਸਿੰਘ ਨੇ ਇੰਨਾ ਸੋਹਣਾ ਰਾਜ ਦੇ ਦਿੱਤਾ, ਇਹਦੇ ਪਿੱਛੇ ਅਕਾਲੀਆਂ ਦਾ ਸੰਵਿਧਾਨ ਸੀ। ਅਕਾਲੀ ਹਮੇਸ਼ਾ ਇਹ ਕੁੰਡਾ ਰੱਖਦੇ ਸਨ ਵੀ ਇਹ ਰਾਜ ਭਾਗ ਗੁਰੂ ਸਾਹਿਬ ਦਾ ਹੈ ਔਰ ਗੁਰੂ ਸਾਹਿਬ ਦੇ ਮੁਤਾਬਕ ਚੱਲਣਾ ਚਾਹੀਦਾ ਹੈ, ਪਰ ਉਹ ਕਿਸੇ ਦੇ ਅਧੀਨ ਨਹੀਂ ਸਨ ਆਉਂਦੇ। ਇਸ ਕਰਕੇ ਜਿਹੜੇ ਅਕਾਲੀ ਫੂਲਾ ਸਿੰਘ ਔਰ ਉਹਨਾਂ ਦੇ ਨਾਲ ਤਕਰੀਬਨ 1300 ਸਿੰਘਾਂ ਦਾ ਜਥਾ ਸੀ, ਇਹ ਸਾਰਾ ਅਕਾਲੀਆਂ ਦਾ ਜਥਾ ਸਤਲੁਜ ਤੋਂ ਪਰਲੇ ਬੰਨੇ ਵੀ ਘੁੰਮ ਸਕਦਾ ਸੀ ਔਰ ਇੱਧਰਲੇ ਬੰਨੇ ਵੀ ਘੁੰਮ ਸਕਦਾ ਸੀ, ਕਿਉਂਕਿ ਇਹ ਅਕਾਲੀ ਕਿਸੇ ਦੇ ਅਧੀਨ ਨਹੀਂ ਸੀ। ਔਰ ਆਪਾਂ ਨੂੰ ਪਤਾ ਵੀ ਇਹ ਹੁਣ ਇੱਧਰਲਾ ਪਾਸਾ ਮੁਕਤਸਰ ਸਾਹਿਬ ਆ ਗਿਆ, ਆਨੰਦਪੁਰ ਸਾਹਿਬ ਆ ਗਿਆ, ਇਹ ਸਾਰਾ ਅੰਗਰੇਜ਼ਾਂ ਦੇ ਹੀ ਅੰਡਰ ਆਉਂਦਾ ਸੀ। ਪਰ ਫਿਰ ਵੀ ਅਕਾਲੀ ਫੂਲਾ ਸਿੰਘ ਆਪਣੇ ਜਥੇ ਦੇ ਨਾਲ ਇੱਧਰੋਂ ਚੱਲਦਾ ਸੀ, ਦਮਦਮਾ ਸਾਹਿਬ ਵਾਲੀ ਧਰਤੀ ਦੇ ਪਾਸਿਓਂ ਚੱਲਦਾ ਫਿਰ ਅੰਮ੍ਰਿਤ ਸੰਚਾਰ ਕਰਦੇ, ਪ੍ਰਚਾਰ ਕਰਦੇ ਫਿਰ ਇਸ ਤਰ੍ਹਾਂ ਜਿਹੜਾ ਇੱਧਰ ਫੇਰੀ ਪਾਇਆ ਕਰਦੇ ਸੀ। ਕਈ ਵਾਰ ਇਹਨਾਂ ਦੀ ਅੰਗਰੇਜ਼ਾਂ ਨਾਲ ਝੜਪ ਵੀ ਹੋ ਜਾਂਦੀ ਸੀ, ਪਰ ਬੜੇ ਤਾਕਤਵਰ ਸੀ, ਅੰਗਰੇਜ਼ਾਂ ਨੂੰ ਹਰਾ ਦਿੰਦੇ ਸੀ, ਉਹਨਾਂ ਦੀਆਂ ਛਾਉਣੀਆਂ ਲੁੱਟ ਖੁੱਟ ਲੈਂਦੇ ਸੀ, ਢਾਹ ਦਿੰਦੇ ਸੀ। ਇਸ ਕਰਕੇ ਅੰਗਰੇਜ਼ ਇਹਨਾਂ ਤੋਂ ਬੜੇ ਚਾਲੂ ਸੀ। ਔਰ ਇੱਥੋਂ ਤੱਕ ਵੀ ਇਤਿਹਾਸ ਦੇ ਵਿੱਚ ਮਿਲਦਾ ਹੈ ਵੀ ਇੰਨੇ ਚਾਲੂ ਸੀ ਵੀ ਜਦੋਂ ਹੋਲਾ ਮਹੱਲਾ ਆਉਂਦਾ ਸੀ ਨਾ, ਸਾਰੇ ਅੰਗਰੇਜ਼ ਉੱਥੋਂ ਛੱਡ ਕੇ ਰੋਪੜ ਆ ਕੇ ਬਹਿ ਜਾਂਦੇ ਸੀ ਵੀ ਲਓ ਭਾਈ ਤੁਹਾਡਾ ਹੋਲਾ ਮਹੱਲਾ ਆ ਗਿਆ, ਤੁਸੀਂ ਸਾਂਭ ਲਓ ਆਨੰਦਪੁਰ ਸਾਹਿਬ। ਤੋਂ ਬੜੇ ਚਾਲੂ ਸੀ ਜਿਹੜੇ ਅੰਗਰੇਜ਼ ਅਕਾਲੀ ਫੂਲਾ ਸਿੰਘ ਤੇ ਇਹਨਾਂ ਦੇ ਜਥੇ ਤੋਂ ਖੈਰ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਰੋਪੜ ਦੇ ਵਿੱਚ ਸੰਧੀ ਹੁੰਦੀ ਹੈ 1807 ਈਸਵੀ ਨੂੰ। ਇਹ ਫਾਈਨਲ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਇੱਧਰ ਨਹੀਂ ਆ ਸਕਦਾ ਔਰ ਅੰਗਰੇਜ਼ ਜਿਹੜੇ ਹਨ ਉੱਧਰ ਨਹੀਂ ਜਾ ਸਕਦੇ। ਔਰ ਅੰਗਰੇਜ਼ ਜਿਹੜੇ ਹਨ ਇਹਨਾਂ 5 ਰਿਆਸਤਾਂ ਦੇ ਰਾਜਿਆਂ ਨੂੰ ਦਿਲਾਸਾ ਦਿੰਦੇ ਹਨ ਵੀ ਤੁਸੀਂ ਸਾਡੀ ਮਦਦ ਕਰੋ, ਤੁਸੀਂ ਸਾਡੀ ਅਧੀਨਗੀ ਮੰਨੋ ਔਰ ਤੁਸੀਂ ਸਾਡੇ ਅਧੀਨ ਬਿਲਕੁਲ ਸੁਰੱਖਿਅਤ ਹੋ। ਦੋਹਰਾ ਸੋ ਬਾਤ ਉਨ ਚਿਤ ਰੱਖੀ ਲੂਣੀ ਅਖਤਰ ਜਰਨੈਲ। ਸੋ ਸੰਧੀ ਤਾਂ ਹੋ ਗਈ, ਪਰ ਜਿਹੜੀ ਉਹ
ਗੱਲ ਹੋਈ ਸੀ ਨਾ ਜਿਹੜੀ ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਦੱਸੀ ਸੀ ਸਿੰਘਾਂ ਦੇ ਇਤਿਹਾਸ ਬਾਰੇ, ਉਹ ਗੱਲ ਉਵੇਂ ਦੀ ਉਵੇਂ ਹੀ ਇਸ ਔਖਟਰ ਲੋਨੀ ਨੂੰ ਚੇਤੇ ਸੀ, ਇਹਦੇ ਚਿੱਤ ਵਿੱਚ ਉਵੇਂ ਦੇ ਉਵੇਂ ਹੀ ਉਹ ਗੱਲ ਬੈਠੀ ਹੋਈ ਸੀ। ਲੁਧਿਆਣੇ ਆਏ ਪੁੱਛੀ ਭਇਓ ਸਿੰਘਣ ਸਿਉ ਮੇਲ। ਔਰ ਜਦੋਂ ਇਹ ਫਿਰ ਲੁਧਿਆਣੇ ਆਉਂਦੇ ਹਨ, ਲੁਧਿਆਣੇ ਛਾਉਣੀ ਪਾਉਂਦੇ ਹਨ, ਉਦੋਂ ਅੰਗਰੇਜ਼ ਫਿਰ ਸਿੰਘਾਂ ਤੋਂ ਦੁਬਾਰਾ ਪੁੱਛਦੇ ਹਨ ਵੀ ਤੁਹਾਡਾ ਕੀ ਇਤਿਹਾਸ ਆ, ਵੀ ਦਿੱਲੀ ਦਾ ਬਾਦਸ਼ਾਹ ਤਾਂ ਸਾਨੂੰ ਇੰਜ ਦੱਸਦਾ ਹੈ, ਹੁਣ ਤੁਸੀਂ ਵੀ ਦੱਸੋ ਵੀ ਤੁਹਾਡਾ ਕੀ ਇਤਿਹਾਸ ਹੈ। ਤੁਹਾਨੂੰ ਰਾਜ ਭਾਗ ਇੱਥੋਂ ਦੇ ਜਿਹੜੇ ਪਰਲੇ ਪਾਸੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਰਾਜ ਕਰੀ ਜਾਂਦਾ ਹੈ, ਇਹ ਰਾਜ ਭਾਗ ਤੁਹਾਨੂੰ ਕਿਵੇਂ ਮਿਲਦੇ ਹਨ। ਚੌਪਈ ਤਬ ਜਰਨੈਲ ਸੋ ਚਿਤ ਆਈ। ਫਿਰ ਜਿਹੜਾ ਉਹ ਜਰਨੈਲ ਆ ਉਹਦੇ ਮਨ ਵਿੱਚ ਇੱਕ ਸੋਚ ਵਿਚਾਰ ਆਉਂਦੀ ਹੈ, ਤੀਜੋ ਬਾਤ ਪਾਤਸ਼ਾਹ ਲਿਖਾਈ। ਔਰ ਉਹਦੇ ਮਨ ਵਿੱਚ ਇਹ ਆਉਂਦੀ ਆ ਵੀ ਜਿਹੜੀ ਗੱਲ ਦਿੱਲੀ ਦੇ ਬਾਦਸ਼ਾਹ ਨੇ ਸਾਨੂੰ ਲਿਖਾਉਣਾ ਕੀਤੀ ਹੈ ਵੀ ਇਹਦਾ ਨਿਰਣਾ ਕਰ ਲੈਣਾ ਚਾਹੀਦਾ ਵੀ ਇਹ ਸੱਚੀ ਹੈ ਕਿ ਝੂਠੀ ਹੈ, ਕਿਉਂਕਿ ਕੋਈ ਕੁਝ ਦੱਸ ਰਿਹਾ ਹੈ, ਕੋਈ ਕੁਝ ਦੱਸ ਰਿਹਾ ਹੈ। ਦਿੱਲੀ ਦੇ ਬਾਦਸ਼ਾਹ ਨੇ ਕੁਝ ਦੱਸਿਆ, ਜਦੋਂ ਅਸੀਂ ਲੁਧਿਆਣੇ ਆ ਕੇ ਪੁੱਛਿਆ ਇੱਥੋਂ ਦੇ ਲੋਕ ਤੇ ਸਿੰਘ ਕੁਝ ਹੋਰ ਦੱਸ ਰਹੇ ਹਨ। ਸੋ ਇਸ ਕਰਕੇ ਉਹਦੇ ਮਨ ਵਿੱਚ ਇਹ ਵਿਚਾਰ ਆਉਂਦੀ ਹੈ ਵੀ ਜਿਹੜੀ ਗੱਲ ਦਿੱਲੀ ਦਾ ਬਾਦਸ਼ਾਹ ਨੇ ਸਾਨੂੰ ਦੱਸੀ ਹੈ ਉਹਦੇ ਤੇ ਇੱਕ ਵਾਰੀ ਵਿਚਾਰ ਕਰ ਲੈਣੀ ਚਾਹੀਦੀ ਹੈ। ਜਰਨੈਲ ਅੱਗੇ ਥੋ ਮਾਲੀ ਕਪਤਾਨ। ਸੋ ਉਹ ਜਿਹੜਾ ਔਖਟਰ ਲੋਨੀ ਸੀ ਜਰਨੈਲ, ਉਹਦਾ ਅੱਗੇ ਜੂਨੀਅਰ ਸੀ ਕੈਪਟਨ ਮਰੇ, ਜਿਹਨੂੰ ਇੱਥੇ ਮਾਲੀ ਕਪਤਾਨ ਕਰਕੇ ਲਿਖਿਆ ਹੈ। ਸੋ ਉਹਦਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਹਨ। ਜਿਹ ਜਾਣਤ ਹੈ ਬਹੁਤ ਜਹਾਨ। ਇੱਥੋਂ ਦੇ ਲੋਕ ਉਹਨੂੰ ਚੰਗੀ ਤਰ੍ਹਾਂ ਜਾਣਦੇ ਸਨ, ਬਹੁਤ ਲੋਕ ਉਹਦੇ ਨਾਲ ਜਾਣ ਪਛਾਣ ਰੱਖਦੇ ਸਨ, ਬਹੁਤ ਲੋਕ ਜਿਹੜੇ ਹਨ ਉਹ ਕੈਪਟਨ ਮਰੇ ਨੂੰ ਜਾਣਦੇ ਸਨ। ਤਿਸ ਕੋ ਕਹਿਓ ਜਰਨੈਲ ਬੁਲਾਏ। ਸੋ ਔਖਟਰ ਲੋਨੀ ਕੀ ਕਰਦਾ ਵੀ ਉਹ ਕੈਪਟਨ ਮਰੇ ਨੂੰ ਆਪਣੇ ਕੋਲ ਬੁਲਾਉਂਦਾ ਹੈ, ਬਹਾਏ ਪਾਸ ਉਸ ਖੂਬ ਸਮਝਾਏ। ਔਰ ਉਹਨੂੰ ਆਪਣੇ ਕੋਲ ਬਿਠਾ ਕੇ ਚੰਗੀ ਤਰ੍ਹਾਂ ਸਾਰੀ ਗੱਲ ਸਮਝਾਉਣਾ ਕਰਦਾ ਹੈ। ਸਿੰਘਨ ਕੀ ਉਤਪਤੀ ਲਿਖਾਇਓ। ਫਿਰ ਔਖਟਰ ਲੋਨੀ ਜਿਹੜਾ ਕੈਪਟਨ ਮਰੇ ਦੀ ਡਿਊਟੀ ਲਾਉਂਦਾ ਹੈ ਵੀ ਤੂੰ ਸਿੰਘਾਂ ਦਾ ਸਾਰਾ ਇਤਿਹਾਸ ਲਿਖਾ, ਇਹਦੀ ਖੋਜ ਕਰ, ਔਰ ਖੋਜ ਕਰਕੇ ਸਿੰਘਾਂ ਦੀ ਉਤਪਤੀ, ਇਹਨਾਂ ਦਾ ਰਾਜ ਭਾਗ ਕਿਵੇਂ ਆਇਆ, ਇਹ ਪੰਥ ਕਿਵੇਂ ਸਿਰਜਿਆ ਗਿਆ, ਇਹ ਸਾਰੇ ਇਤਿਹਾਸ ਦੀ ਖੋਜ ਕਰਕੇ ਲਿਖਾਉਣਾ ਕਰੋ। ਜਿਮ ਕਰ ਖਾਲਸੋ ਰਾਜ ਆਦ ਪਾਇਓ। ਔਰ ਇਹਨਾਂ ਨੇ ਰਾਜ ਭਾਗ ਕਿਵੇਂ ਲਏ ਇਹਦੀ ਵੀ ਖੋਜ ਕਰਨੀ ਕਰੋ। ਜਿਮ ਕਹੀ ਦਿੱਲੀ ਪਤ ਤਿਮ ਹੈ ਸਾਤ। ਔਖਟਰ ਲੋਨੀ ਕਹਿੰਦਾ ਵੀ ਇਹ ਕੈਪਟਨ ਮਰੇ, ਇਹ ਗੱਲ ਦਾ ਪਤਾ ਕਰੋ ਵੀ ਜੋ ਕੁਝ ਦਿੱਲੀ ਦੇ ਬਾਦਸ਼ਾਹ ਨੇ ਸਾਨੂੰ ਦੱਸਿਆ ਹੈ ਉਹਦੇ ਵਿੱਚ ਕਿੰਨੀ ਕੁ ਸਚਾਈ ਹੈ। ਕਹਿ ਕੁਛ ਲਗਾਇਓ ਮੁਗਲਨ ਘਾਤ। ਕਿਤੇ ਇਸ ਤਰ੍ਹਾਂ ਤਾਂ ਨਹੀਂ ਵੀ ਦਿੱਲੀ ਦੇ ਬਾਦਸ਼ਾਹ ਨੇ ਸਾਨੂੰ ਸਾਰਾ ਕੁਝ ਝੂਠ ਦੱਸਿਆ ਹੋਵੇ, ਉਹ ਕੁਝ ਧੋਖਾ ਹੀ ਕਰ ਰਿਹਾ ਹੋਵੇ। ਹਿੰਦੂ ਤੁਰਕਨ ਮੇਲ ਕੁਛ ਨਾ ਹੈ। ਕਿਉਂਕਿ ਇਹ ਗੱਲ ਵਿਚਾਰਨ ਯੋਗ ਹੈ ਵੀ ਜਿਹੜੇ ਹਿੰਦੂ ਤੇ ਤੁਰਕ ਹਨ ਇਹਨਾਂ ਦਾ ਮੇਲ ਕੁਝ ਨਹੀਂ ਹੋ ਸਕਦਾ। ਇਹ ਮੈਂ ਬੇਨਤੀ ਕਰਾਂ ਸਾਧ ਸੰਗਤ, ਇਹ ਨਾ ਸਮਝ ਲਓ ਵੀ ਇੱਥੇ ਹਿੰਦੂ ਸਿੱਖਾਂ ਨੂੰ ਕਿਹਾ ਜਾ ਰਿਹਾ ਹੈ, ਕਿਉਂਕਿ ਹੁਣ ਜਿਹੜੇ ਬਾਹਰੋਂ ਆਏ ਹਨ ਉਹਨਾਂ ਨੂੰ ਕੀ ਪਤਾ ਵੀ ਇਹ ਨਿਆਰਾ ਪੰਥ ਹੈ, ਉਹ ਤਾਂ ਸਗੋਂ ਅਜੇ ਇਤਿਹਾਸ ਖੋਜ ਹੀ ਰਹੇ ਹਨ। ਬਾਅਦ ਵਿੱਚ ਜਾ ਕੇ ਇਹਨਾਂ ਨੂੰ ਪਤਾ ਲੱਗਦਾ ਵੀ ਅੱਛਾ ਇਹ ਹਿੰਦੂ ਨਹੀਂ ਹੈਗੇ, ਇਹ ਤਾਂ ਇੱਕ ਬੜਾ ਨਿਆਰਾ ਪੰਥ ਹੈ, ਪਰ ਪਹਿਲਾਂ ਉਹ ਹਿੰਦੂ ਹੀ ਸਮਝਦੇ ਸਨ। ਇਸ ਕਰਕੇ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦਾ ਹੈ ਵੀ ਜਿਹੜੇ ਇਹ ਤੁਰਕ ਹਨ ਤੇ ਹਿੰਦੂ ਹਨ ਇਹਨਾਂ ਦਾ ਤਾਂ ਮੇਲ ਕੁਝ ਹੋ ਹੀ ਨਹੀਂ ਸਕਦਾ। ਮੁਸਲਮਾਨ ਕਦ ਸੱਚ ਕਹਾਏ। ਔਰ ਮੁਸਲਮਾਨ ਲੋਕ ਇਹਨਾਂ ਦੇ ਬਾਰੇ ਕਦੋਂ ਸੱਚ ਦੱਸਣਗੇ। ਕਿਮ ਕਰ ਜਟਨ ਸ਼ਾਹੇ ਸੂਬੇ ਮਾਰ। ਔਰ ਇਹ ਵੀ ਗੱਲ ਵਿਚਾਰਨ ਵਾਲੀ ਆ ਵੀ ਇਹ ਜੱਟ ਬੂਟ ਬੰਦੇ, ਜੱਟ ਦਾ ਅਰਥ ਕੋਈ ਜਾਤ ਨਹੀਂ ਲੈਣਾ, ਭਾਵ ਜਿਹੜਾ ਖੇਤੀ ਕਰਦਾ ਹੈ, ਫਸਲ ਉਗਾਉਂਦਾ ਹੈ। ਸੋ ਇਹ ਖੇਤੀ ਕਰਨ ਵਾਲੇ, ਘਾਹ ਬੂਟ ਵੱਢਣ ਵਾਲੇ, ਇਹ ਲੋਕ ਜਿਹੜੇ ਹਨ ਉਹ ਸੂਬੇ ਕਿਵੇਂ ਜਿੱਤ ਸਕਦੇ ਹਨ। ਵੀ ਇੱਕ ਆਪਾਂ ਕੋਈ ਤਕੜਾ ਰਿਆਸਤੀ ਬੰਦਾ ਤਾਂ ਕਹੀਏ ਵੀ ਉਹਨਾਂ ਨੇ ਰਾਜ ਭਾਗ ਜਿੱਤ ਲਿਆ, ਕਿਸੇ ਨੂੰ ਹਰਾਤਾ, ਇਹ ਤਾਂ ਖੇਤਾਂ 'ਚ ਕੰਮ ਕਰਨ ਵਾਲੇ, ਕੋਈ ਘਾਹ ਵੱਢ ਰਿਹਾ, ਕੋਈ ਮਜ਼ਦੂਰੀਆਂ ਕਰ ਰਿਹਾ ਹੈ। ਇਹ ਗਰੀਬ ਜਿਹੇ ਬੰਦੇ ਜਿਹੜੇ ਹਨ ਇਹ ਸੂਬਿਆਂ ਨੂੰ ਕਿਵੇਂ ਜਿੱਤ ਸਕਦੇ ਹਨ। ਸ਼ਾਹੇ ਰਈਅਤ ਤੇ ਕਿਮ ਕਰੇ ਹਾਰੇ। ਔਰ ਜਿਹੜੇ ਬਾਦਸ਼ਾਹ ਹਨ ਉਹ ਇਸ ਗਰੀਬ ਜੀ ਪ੍ਰਜਾ ਤੋਂ ਕਿਵੇਂ ਹਾਰ ਸਕਦੇ ਹਨ। 22 ਸੂਬੇ ਮੁਗਲਨ ਪਾਹੇ। ਕਿਉਂਕਿ ਸੋਚਣ ਵਾਲੀ ਗੱਲ ਆ ਵੀ ਮੁਗਲਾਂ ਦੇ ਕੋਲ 22 ਸੂਬੇ ਹਨ, ਇੰਨੇ ਤਾਕਤਵਰ ਹਨ। ਕਈ ਜੰਜੀਰੇ ਸਮੁੰਦਰ ਮਾਹੇ। ਕਈ ਜਜ਼ੀਰੇ ਸਮੁੰਦਰ ਮਾਹੇ, ਔਰ ਕਈ ਸਮੁੰਦਰ ਦੇ ਵਿੱਚ ਟਾਪੂ ਵੀ ਇਹਨਾਂ ਮੁਗਲਾਂ ਦੇ ਕੋਲ ਹਨ। ਸਾਰੀ ਹਿੰਦ ਚੁਗਤਨ ਪਾਸ। ਇਹ ਮੁਗਲ ਜਿਹੜੇ ਹਨ ਸਾਰੇ ਹਿੰਦੁਸਤਾਨ ਤੇ ਰਾਜ ਕਰਦੇ ਹਨ, ਸਾਰਾ ਹਿੰਦੁਸਤਾਨ ਇਹਨਾਂ ਮੁਗਲ ਬਾਦਸ਼ਾਹਾਂ ਦੇ ਅਧੀਨ ਸੀ। ਕੌਣ ਗਜਬ ਕਰ ਇਹ ਭਏ ਨਾਸ। ਫਿਰ ਕੀ ਗਜਬ ਹੋ ਗਿਆ ਵੀ ਇਹਨਾਂ ਦਾ ਨਾਸ਼ ਹੋ ਗਿਆ। ਰਈਅਤ ਸ਼ੇਲੀ ਹਾਕਮ ਸ਼ੇਰ। ਅੰਗਰੇਜ਼ ਸੋਚਦੇ ਹਨ ਵੀ ਦਿੱਲੀ ਦਾ ਬਾਦਸ਼ਾਹ ਤਾਂ ਦੱਸਦਾ ਵੀ ਇਹ ਸਿੰਘ ਗਰੀਬ ਜੀ ਪ੍ਰਜਾ ਹੈ, ਔਰ ਗਰੀਬ ਜੀ ਪ੍ਰਜਾ ਨੇ ਇਹਨਾਂ ਬਾਦਸ਼ਾਹਾਂ ਨੂੰ ਕਿਵੇਂ ਜਿੱਤ ਲਿਆ, ਸੋਚਣ ਵਾਲੀ ਗੱਲ ਹੈ।
ਕਿਉਂਕਿ ਜਿਹੜੀ ਪਰਜਾ ਹੁੰਦੀ ਹੈ ਤਾਂ ਛੇਲੀ ਤੋਂ ਭਾਵ ਬੱਕਰੀ ਦੀ ਤਰ੍ਹਾਂ ਹੁੰਦੀ ਹੈ, ਔਰ ਜਿਹੜੇ ਹਾਕਮ ਹੁੰਦੇ ਹਨ ਇਹ ਸ਼ੇਰ ਦੀ ਨਿਆਈ ਹੁੰਦੇ ਹਨ। ਹਾਕਮ ਬਾਜ ਔ ਰਈਅਤ ਬਟੇਰ। ਹਾਕਮ ਬਾਜ ਦੀ ਤਰ੍ਹਾਂ ਹੁੰਦੇ ਹਨ, ਔਰ ਜਿਹੜੀ ਪਰਜਾ ਹੈ ਇਹ ਬਟੇਰਿਆਂ ਵਾਂਗ ਹੁੰਦੀ ਹੈ। ਦੋਹਰਾ ਛੇਲੀਅਨ ਮਾਰੇ ਸ਼ੇਰ ਕਿਮ ਕਿਮ ਬਟੇਰਨ ਮਾਰੇ ਬਾਜ। ਕਮਾਲ ਦੀ ਗੱਲ, ਪਰਜਾ ਬੱਕਰੀਆਂ ਹੁੰਦੀ ਹੈ, ਇਹਨਾਂ ਬੱਕਰੀਆਂ ਨੇ ਸ਼ੇਰਾਂ ਨੂੰ ਕਿਵੇਂ ਜਿੱਤ ਲਿਆ? ਇਹ ਬਟੇਰੇ ਹੁੰਦੇ ਹਨ, ਜਿਹੜੀ ਪਰਜਾ ਉਹ ਬਟੇਰਿਆਂ ਦੇ ਵਾਂਗ ਹੁੰਦੀ ਹੈ, ਹਾਕਮ ਬਾਜ ਹੁੰਦੇ ਹਨ। ਇਹਨਾਂ ਬਟੇਰਿਆਂ ਨੇ ਬਾਜ ਕਿਵੇਂ ਮਾਰ ਲਏ? ਬੜੀ ਸੋਚਣ ਵਾਲੀ ਗੱਲ ਹੈ। ਹਾਕਮ ਮਾਰੇ ਰਈਅਤੇ ਯਹ ਕਰਮਾਤਹਿ ਕਾਜ। ਇਸ ਗਰੀਬ ਜੀ ਪਰਜਾ ਨੇ ਵੱਡੇ ਵੱਡੇ ਹਾਕਮਾਂ ਨੂੰ ਕਿਵੇਂ ਜਿੱਤ ਲਿਆ? ਇਹ ਤਾਂ ਬੜੀ ਕਮਾਲ ਦੀ ਗੱਲ ਹੈ, ਇਹ ਤਾਂ ਕਰਾਮਾਤ ਵਾਲੀ ਗੱਲ ਹੈ। ਇਨ ਮੇ ਕਿਛ ਸ਼ਕਤ ਬਲ ਕੈ ਕਿਸ ਡਾਢੈ ਪੰਥ। ਇਹ ਕੈਪਟਨ ਮਰੇ, ਇਸ ਗੱਲ ਦਾ ਪਤਾ ਕਰੋ ਵੀ ਜਾਂ ਤਾਂ ਇਹਨਾਂ ਕੋਲ ਕੋਈ ਦੈਬੀ ਤਾਕਤ ਹੈ ਜਾਂ ਇਹ ਕਿਸੇ ਡਾਢੇ ਦਾ ਪੰਥ ਹਨ। ਲਿਖੋ ਹਕੀਕਤ ਇਨ ਸਬੈ ਤੋ ਯਹ ਪਾਈਐ ਅੰਤ। ਤੋ ਇਸ ਕਰਕੇ ਇਹਨਾਂ ਦੀ ਸਾਰੀ ਸਚਾਈ ਦੀ ਘੋਖ ਕਰੋ, ਪਤਾ ਕਰੋ ਕੌਣ ਨੇ, ਕਿਵੇਂ ਰਾਜ ਭਾਗ ਆਇਆ, ਕਿਵੇਂ ਇਹ ਤਾਕਤ ਕਿੱਥੋਂ ਆਈ। ਕਿਉਂਕਿ ਜੋ ਕੁਝ ਦਿੱਲੀ ਦਾ ਬਾਦਸ਼ਾਹ ਦੱਸ ਰਿਹਾ ਹੈ ਇਹ ਮੰਨਣ ਵਿੱਚ ਨਹੀਂ ਆ ਰਿਹਾ, ਇਹ ਮਤਲਬ ਪੈਰਾਮੀਟਰਸ ਤੇ ਸਹੀ ਨਹੀਂ ਬੈਠ ਰਿਹਾ। ਇਸ ਕਰਕੇ ਸਾਰੀ ਗੱਲ ਦੀ ਘੋਖ ਕਰੋ, ਸੱਚ ਤੇ ਝੂਠ ਦਾ ਨਿਰਣਾ ਕਰੋ, ਔਰ ਇਹਦਾ ਜਿਹੜਾ ਨਿਚੋੜ ਕੱਢ ਕੇ ਸਾਨੂੰ ਦੱਸਣਾ ਕਰੋ। ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸ਼ਾਹੇ। ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸ਼ਾਹ। ਫਿਰ ਜਦੋਂ ਇਹ ਸਾਰੀ ਵਿਚਾਰ ਹੋਈ ਉਦੋਂ ਫਿਰ ਕੈਪਟਨ ਮਰੇ ਉਸ ਔਖਟਰਲੋਨੀ ਨੂੰ ਜਵਾਬ ਦਿੰਦਾ ਹੈ ਵੀ ਜੋ ਕੁਝ ਸਾਨੂੰ ਦਿੱਲੀ ਦੇ ਬਾਦਸ਼ਾਹ ਨੇ ਦੱਸਣਾ ਕੀਤਾ ਹੈ, ਤੈਸੇ ਲਿਖ ਪਠਾਈਐ ਪਹਿ ਲੰਦਨ ਪਾਤਸ਼ਾਹੇ। ਆਪਾਂ ਉਵੇਂ ਹੀ ਲਿਖ ਕੇ ਲੰਡਨ ਭੇਜ ਦਿੰਨੇ, ਆਪਾਂ ਨੂੰ ਟੈਨਸ਼ਨ ਲੈਣ ਦੀ ਕੀ ਲੋੜ? ਆਪਾਂ ਨੂੰ ਇਹ ਪਤਾ ਕਰਨ ਦੀ ਕੀ ਲੋੜ ਵੀ ਸਿੰਘ ਕਿਵੇਂ ਬਣੇ, ਇਹ ਪੰਥ ਕਿੱਥੋਂ ਬਣਿਆ, ਰਾਜ ਭਾਗ ਕਿਵੇਂ ਆਇਆ? ਜੋ ਕੁਝ ਦਿੱਲੀ ਦੇ ਬਾਦਸ਼ਾਹ ਨੇ ਦੱਸਿਆ ਆਪਾਂ ਉਵੇਂ ਹੀ ਲਿਖ ਕੇ ਭੇਜ ਦਿੰਨੇ ਆ। ਕੱਲ ਨੂੰ ਕੋਈ ਪੁੱਛੇਗਾ ਆਪਾਂ ਕਵਾਂਗੇ ਵੀ ਉੱਥੋਂ ਦਾ ਹਾਕਮ ਦੱਸ ਰਿਹਾ ਹੈ, ਕਿਉਂਕਿ ਇੱਕ ਦੇਸ਼ ਦੇ ਹਾਕਮ ਦੀ ਗੱਲ ਤਾਂ ਮੰਨੀ ਜਾਣੀ ਚਾਹੀਦੀ ਹੈ ਨਾ। ਹੁਣ ਵੇਖੋ ਅੰਗਰੇਜ਼ ਕਿੰਨੇ ਸਿਆਣੇ ਸੀ, ਉਹ ਕੈਪਟਨ ਮਰੇ ਇਹ ਕਹਿ ਰਿਹਾ ਹੈ ਵੀ ਆਪਾਂ ਉਵੇਂ ਦੇ ਉਵੇਂ ਹੀ ਲਿਖ ਕੇ ਭੇਜ ਦਿੰਨੇ ਆ, ਪਰ ਅੱਗੇ ਆਪਾਂ ਵੇਖਾਂਗੇ ਵੀ ਉਹ ਜਰਨੈਲ ਕਿੰਨਾ ਸਿਆਣਾ ਸੀ, ਕੀ ਜਵਾਬ ਦਿੰਦਾ ਹੈ। ਚੌਪਈ ਜਰਨੈਲ ਅੰਗਰੇਜ਼ ਥੋ ਬੜੋ ਗਿਆਨੀ। ਹੁਣ ਜਿਹੜਾ ਉਹ ਔਖਟਰਲੋਨੀ ਸੀ ਉਹ ਐਵੇਂ ਨਹੀਂ ਸੀ ਮਾਮੂਲੀ ਜਿਹਾ ਬੰਦਾ, ਉਹ ਬੜਾ ਗਿਆਨੀ ਬੰਦਾ ਸੀ, ਵਿਦਵਾਨ ਬੰਦਾ ਸੀ, ਵਿਚਾਰਵਾਨ ਬੰਦਾ ਸੀ। ਕਹਾ ਮਰੀ ਸੋ ਉਸੈ ਨਾ ਮਾਨੀ। ਜੋ ਕੈਪਟਨ ਮਰੇ ਨੇ ਉਹਨੂੰ ਸਲਾਹ ਦਿੱਤੀ ਵੀ ਆਪਾਂ ਐਵੇਂ ਹੀ ਲਿਖ ਕੇ ਲੰਡਨ ਭੇਜ ਦਿੰਨੇ ਆ, ਉਹ ਗੱਲ ਉਹ ਔਖਟਰਲੋਨੀ ਨਹੀਂ ਮੰਨਦਾ। ਕਹਿਓ ਕੂੜ ਜੋ ਹੋਏ ਪਾਤਸ਼ਾਹੇ। ਕਿਉਂਕਿ ਉਹ ਕਹਿੰਦਾ ਵੀ ਜੇ ਦਿੱਲੀ ਦੇ ਬਾਦਸ਼ਾਹ ਦੀ ਗੱਲ ਝੂਠ ਨਿਕਲੀ ਦੇ ਬਾਤ ਮੋਹ ਕੂੜ ਕਰਾਹੇ। ਫਿਰ ਮੈਂ ਝੂਠਾ ਪੈ ਜਾਊਂਗਾ, ਮੈਂ ਕੀ ਜਵਾਬ ਦਊਂਗਾ ਵੀ ਮੈਂ ਸਾਰਾ ਕੁਝ ਗਲਤ ਖੋਜ ਕਰ ਲਈ। ਇਸ ਕਰਕੇ ਮੈਂ ਝੂਠਾ ਨਹੀਂ ਪੈਣਾ ਚਾਹੁੰਦਾ। ਦੂਸਰ ਬਾਤ ਤਿੰਨ ਲਈ ਵਿਚਾਰ। ਔਖਟਰਲੋਨੀ ਕਹਿੰਦਾ ਵੀ ਇੱਕ ਹੋਰ ਵਿਚਾਰ ਜਿਹੜੇ ਮਨ ਦੇ ਵਿੱਚ ਆ ਰਹੀ ਹੈ। ਉਤੋਂ ਬਿਰਦ ਔ ਬੜ ਖਬਰਦਾਰ। ਕਿਉਂਕਿ ਇਹ ਜਰਨੈਲ ਬੜਾ ਬਿਰਦ ਤੇ ਬੜਾ ਸਾਵਧਾਨ ਖਬਰਦਾਰ ਰਹਿਣ ਵਾਲਾ ਬੰਦਾ ਸੀ। ਸਿੰਘਨ ਔ ਪਾਤਸ਼ਾਹਨ ਮਾਹੇ। ਸਿੰਘਾਂ ਔਰ ਬਾਦਸ਼ਾਹਾਂ ਦੇ ਵਿੱਚ ਲਖਿਓ ਸ਼ਰੀਕੋ ਜਰਨੈਲ ਵਾਹੇ। ਇਹਨਾਂ ਦੇ ਵਿੱਚ ਇੱਕ ਸ਼ਰੀਕਾ ਹੈ, ਇਹ ਜਿਹੜੇ ਦਿੱਲੀ ਦੇ ਬਾਦਸ਼ਾਹ ਹਨ ਜਾਂ ਇੱਥੋਂ ਦੇ ਹਾਕਮ ਹਨ, ਇਹ ਸਿੰਘਾਂ ਦੇ ਨਾਲ ਵੈਰ ਕਮਾਉਂਦੇ ਹਨ। ਕਹੀ ਬਾਤ ਜੋ ਸ਼ਾਹ ਸੱਚ ਹੋਗ। ਜੇ ਦਿੱਲੀ ਦੇ ਬਾਦਸ਼ਾਹ ਦੀ ਗੱਲ ਸੱਚ ਨਿਕਲੀ ਭਰੈ ਸ਼ਹੀਦੀ ਸਭ ਉਸ ਲੋਗ। ਫਿਰ ਤਾਂ ਇੱਥੋਂ ਦੇ ਲੋਕ ਵੀ ਉਹਦੇ ਵਿੱਚ ਉਵੇਂ ਹੀ ਗਵਾਹੀ ਭਰਨਗੇ ਵੀ ਜੇ ਦਿੱਲੀ ਦਾ ਬਾਦਸ਼ਾਹ ਸੱਚ ਕਹਿੰਦਾ ਹੋਇਆ, ਇਹ ਸਟੇਟਮੈਂਟ ਤਾਂ ਫਿਰ ਲੋਕਾਂ ਦੇ ਨਾਲ ਵੀ ਰਲ ਜਾਣੀ ਚਾਹੀਦੀ ਹੈ। ਪਰ ਲੋਕ ਕੁਝ ਹੋਰ ਕਹਿ ਰਹੇ ਹਨ ਤੇ ਦਿੱਲੀ ਦਾ ਬਾਦਸ਼ਾਹ ਕੁਝ ਹੋਰ ਕਹਿ ਰਿਹਾ ਹੈ। ਜੋ ਸ਼ਾਹ ਹੈ ਝੂਠ ਉਚਾਰਾ। ਇਹ ਦਿੱਲੀ ਦਾ ਬਾਦਸ਼ਾਹ ਕੁਝ ਝੂਠ ਦੱਸ ਰਿਹਾ ਹੋਵੇਗਾ, ਸਾਚ ਝੂਠ ਕਰ ਲਿਓ ਨਿਆਰਾ। ਫਿਰ ਉਹਦਾ ਵੀ ਫੈਸਲਾ ਹੋ ਜਾਊਗਾ। ਇਸ ਕਰਕੇ ਸੱਚ ਤੇ ਝੂਠ ਦਾ ਨਿਆਰਾ ਹੋ ਜਾਣਾ ਚਾਹੀਦਾ ਹੈ ਵੀ ਕੌਣ ਸੱਚ ਕਹਿ ਰਿਹਾ ਹੈ, ਕੌਣ ਝੂਠ ਕਹਿ ਰਿਹਾ ਹੈ। ਦਿੱਲੀ ਦੇ ਬਾਦਸ਼ਾਹ ਦੀ ਗੱਲ ਵਿੱਚ ਕਿੰਨੀ ਕੁ ਸਚਾਈ ਹੈ ਤੇ ਕਿੰਨਾ ਕੁ ਝੂਠ ਹੈ, ਇਹਦਾ ਨਿਤਾਰਾ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ। ਅਕੈ ਲਿਖਤ ਕੋ ਪੁਰਾਤਨ ਲੱਭਿਓ। ਇਸ ਕਰਕੇ ਔਖਟਰਲੋਨੀ ਕਹਿੰਦਾ ਵੀ ਇਹ ਮਰੇ, ਕੈਪਟਨ ਮਰੇ, ਕੋਈ ਪੁਰਾਣੀ ਲਿਖਤ ਲੱਭੋ ਜਿਸ ਪੁਰਾਣੀ ਲਿਖਤ ਦੇ ਵਿੱਚ ਸਿੰਘਾਂ ਦਾ ਇਤਿਹਾਸ ਲਿਖਿਆ ਹੋਵੇ। ਇਮ ਕਰ ਹਮਰੋ ਮਨ ਪਤੀ ਆਈ। ਕਿਉਂਕਿ ਜਦੋਂ ਪੁਰਾਣੀ ਲਿਖਤ ਦੇ ਵਿੱਚੋਂ ਪੜਾਂਗੇ ਆਪਣੇ ਮਨ ਨੂੰ ਤਸੱਲੀ ਹੋ ਜਾਏਗੀ।
ਇਸ ਕਰਕੇ ਕੋਈ ਪੁਰਾਣੀ ਲਿਖਤ ਲੱਭੋ, ਪੁਰਾਣਾ ਗ੍ਰੰਥ ਲੱਭੋ ਜਿਹਦੇ ਵਿੱਚ ਸਿੰਘਾਂ ਦਾ ਇਤਿਹਾਸ ਲਿਖਿਆ ਹੋਵੇ, ਤਾਂ ਕਿ ਆਪਣੇ ਮਨ ਨੂੰ ਤਸੱਲੀ ਆ ਜਾਵੇ ਵੀ ਇਹ ਸਾਰਾ ਇਤਿਹਾਸ ਸਿੰਘਾਂ ਦੇ ਬਾਰੇ ਸੱਚ ਹੈ। ਲਿਖਤ ਭੇਜੀਏ ਲੰਦਨ ਸੋ। ਔਰ ਉਸ ਤੋਂ ਬਾਅਦ ਜਿਹੜੀ ਆਪਾਂ ਰਿਪੋਰਟ ਤਿਆਰ ਕਰਾਂਗੇ ਬਿਲਕੁਲ ਸੱਚੀ, ਔਰ ਉਹ ਰਿਪੋਰਟ ਜਿਹੜੀ ਆਪਾਂ ਲੰਡਨ ਵਿੱਚ ਭੇਜਣਾ ਕਰਾਂਗੇ। ਜਾਂ ਮੈਂ ਝੂਠ ਨਾ ਇੱਕ ਤਿਲ ਹੋਊ। ਉਸ ਰਿਪੋਰਟ ਦੇ ਵਿੱਚ ਇੱਕ ਤਿਲ ਮਾਤਰ ਵੀ ਝੂਠ ਨਹੀਂ ਹੋਣਾ ਚਾਹੀਦਾ। ਤੋ ਇੱਥੋਂ ਤੱਕ ਆਪਾਂ ਸਾਧ ਸੰਗਤ ਵਿਚਾਰ ਕੀਤੀ। ਹੁਣ ਦੇਖੋ, ਇਹ ਔਕਟਰਲੋਨੀ ਬੜਾ ਸਿਆਣਾ ਸੀ, ਇਹ ਚਾਹੁੰਦਾ ਸੀ ਵੀ ਕੁਝ ਵੀ ਝੂਠ ਨਾ ਗਾਂਹ ਭੇਜਿਆ ਜਾਵੇ, ਔਰ ਇਹਦੇ ਵਿੱਚ ਇਹਨਾਂ ਦਾ ਮਤਲਬ ਵੀ ਸੀ, ਕਿਉਂਕਿ ਜੇ ਇਹ ਸਿੰਘਾਂ ਦੀ ਸਹੀ ਖੋਜ ਨਾ ਕਰਨਗੇ, ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਇਹ ਤਾਕਤ ਕਿੱਥੋਂ ਆਈ ਤੇ ਕਿੰਨੀ ਕੁ ਤਾਕਤ ਹੈ ਇਹਨਾਂ ਕੋਲ। ਤੇ ਜੇ ਇਹ ਗੱਲ ਦਾ ਪਤਾ ਨਾ ਲੱਗਿਆ ਤੇ ਅੰਗਰੇਜ਼ ਇਹਨਾਂ ਦਾ ਟਾਕਰਾ ਕਿਵੇਂ ਕਰਨਗੇ। ਇਸ ਕਰਕੇ ਅੰਗਰੇਜ਼ਾਂ ਨੇ ਸਾਰੇ ਇਤਿਹਾਸ ਦੀ ਖੋਜ ਕੀਤੀ ਹੈ, ਔਰ ਉਸ ਤੋਂ ਬਾਅਦ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਤੋੜ ਲੱਭਿਆ ਵੀ ਇਹ ਸਿੰਘਾਂ ਨੂੰ ਸਿੱਧਾ ਨਹੀਂ ਹਰਾਇਆ ਜਾ ਸਕਦਾ, ਬੜੇ ਡਾਢੇ ਨੇ, ਬੜੇ ਤਾਕਤਵਰ ਨੇ। ਉਸ ਤੋਂ ਬਾਅਦ ਹੀ ਫਿਰ ਧੋਖੇ ਵਾਲੇ ਕੰਮਾਂ ਵਿੱਚ ਆਏ ਨੇ ਨਾ ਸਾਧ ਸੰਗਤ। ਤੋ ਇਸ ਕਰਕੇ ਇੱਥੋਂ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ, ਇਹ ਪ੍ਰਸੰਗ ਫਿਰ ਅਗਲੇ ਸਮਾਗਮ ਵਿੱਚ ਜਾਰੀ ਰਹੇਗਾ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ੇਂਦਾਨ ਬਖਸ਼ ਲੈਣ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ ਜੀ। ਲਿਖਤ ਭੇਜੀਏ ਲੰਦਨ ਸੋ। ਜਾਂ ਮੈਂ ਝੂਠ ਨਾ ਇੱਕ ਤਿਲ ਹੋਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।